ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਭਾਈ ਵੀਰ ਸਿੰਘ ਜੀ, ਉਹਨਾਂ ਦੀ ਜੋ ਰਚਨਾ ਹੈ ਸ੍ਰੀ ਕਲਗੀਧਰ ਚਮਤਕਾਰ, ਉਹਦੇ ਵਿੱਚੋਂ ਪਾਵਨ ਸ਼ਬਦ ਜੋ ਹਨ ਵਿਚਾਰਾਂ ਸਰਵਣ ਕਰਾਂਗੇ। ਭਾਈ ਵੀਰ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਬਹੁਤ ਸੁੰਦਰ ਪ੍ਰਸੰਗ ਲਿਖੇ ਹੋਏ ਆ, ਤਾਂ ਆਓ ਜੀ ਆਪਾਂ ਆਪਣੇ ਸਵਾਸਾਂ ਨੂੰ ਸਫਲ ਕਰੀਏ ਤੇ ਗੁਰੂ ਪਾਤਸ਼ਾਹ ਬਾਦਸ਼ਾਹ ਦਰਵੇਸ਼ ਸਾਹਿਬ ਜੀ ਦੀ ਇਹ ਸਾਖੀ ਸਰਵਣ ਕਰੀਏ। ਜਦੋਂ ਮਹਾਰਾਜ ਜੀ ਦੀ ਐਸੀ ਕਿਰਪਾ ਹੋਈ, ਪਠਾਣਾਂ ਦੇ ਅਧੀਨ ਪਠਾਣਾਂ ਨੇ ਧੱਕੇਸ਼ਾਹੀ ਕਰਕੇ ਬ੍ਰਾਹਮਣਾਂ ਦੀਆਂ ਬੇਟੀਆਂ ਜਿਹੜੀਆਂ ਕਬਜ਼ੇ 'ਚ ਕਰ ਲਈਆਂ ਸੀ, ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਕਿਵੇਂ ਛਡਵਾਇਆ, ਸਾਰਾ ਇਸੇ ਪ੍ਰਸੰਗ ਵਿੱਚ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਦਿਨ ਭਾਈ ਵੀਰ ਸਿੰਘ ਜੀ ਕਹਿੰਦੇ ਦੀਵਾਨ ਸਜਾਇਆ ਹੋਇਆ ਸੀ। ਦੂਰ ਤੋਂ ਬਹੁਤ ਸੰਗਤਾਂ ਆ ਕੇ ਮਹਾਰਾਜ ਦੇ ਦਰਸ਼ਨ ਕਰਦੀਆਂ। ਗੁਰੂ ਸਾਹਿਬ ਜੀ ਦੀ ਬਹੁਤ ਚੜ੍ਹਦੀ ਕਲਾ ਸੀ। ਦੂਰ ਤੋਂ ਦੁੱਖ ਦੀ ਝੀਣੀ ਬਾਣ ਆਈ ਆ, ਕੰਨੀ ਦੁੱਖ ਦੀ ਸੋ ਪੈਂਦਿਆਂ ਸਾਰ ਦੁੱਖਾਂ ਨੂੰ ਦੂਰ ਕਰਨ ਵਾਲੇ ਦਾਤੇ ਦੇ ਅੱਗੇ ਫਰਿਆਦ ਕੀਤੀ ਆ। ਆਵਾਜ਼ ਦੂਰ ਦੂਰ ਤੋਂ ਲਗਾਈ ਗਈ, ਸਾਨੂੰ ਗੁਰੂ ਸਾਹਿਬ ਬਚਾ ਲਓ, ਕਿਰਪਾ ਕਰੋ ਸਾਡੇ ਤੇ। ਸਾਡੀ ਤਾਂ ਇਸ ਤਰ੍ਹਾਂ ਬਹੁਤ ਨੱਕ ਵੱਢੀ ਗਈ ਸ਼ਰੀਕੇ ਵਿੱਚ, ਸਾਡੀ ਕੋਈ ਇੱਜ਼ਤ ਨਹੀਂ ਰਹੀ। ਆਵਾਜ਼ ਦੂਰੋਂ ਆ ਰਹੀ ਆ। ਮਹਾਰਾਜ ਜੀ ਨੇ ਚੌਬਦਾਰ ਪਹਿਰੇਦਾਰ ਨੂੰ ਬੁਲਾਇਆ, ਪੁੱਛਿਆ ਭਾਈ ਕੀ ਗੱਲ ਹੋ ਗਈ, ਕੌਣ ਆ ਇਹ ਜਿਹੜਾ ਉੱਚੀ ਉੱਚੀ ਇਦਾਂ ਅਰਜ਼ ਕਰ ਰਿਹਾ? ਉਸਨੇ ਆ ਕੇ ਕਿਹਾ, ਮਹਾਰਾਜ ਜੀ ਅਸਲ ਦੇ ਵਿੱਚ ਨਾ ਇਹ ਇੱਕ ਬ੍ਰਾਹਮਣ ਆ। ਬ੍ਰਾਹਮਣ ਵੀ ਇਸ ਤਰ੍ਹਾਂ ਦਾ ਹੈ, ਦੁਖੀ ਬ੍ਰਾਹਮਣ ਆ, ਦੁੱਖ ਦੇ ਨਾਲ ਕੁਰਲਾ ਰਿਹਾ। ਮਹਾਰਾਜ ਜੀ ਨਾ ਗੁਰੂ ਗੋਬਿੰਦ ਸਿੰਘ ਜੀ ਦਾ ਸੁਭਾਅ ਇਸ ਤਰ੍ਹਾਂ ਦਾ ਸੀ। ਵੈਸੇ ਤੁਸੀਂ ਕਹੋਗੇ ਵੀ ਮਹਾਰਾਜ ਜੰਗਾਂ ਯੁੱਧਾਂ ਵਾਲਾ ਉਹਨਾਂ ਦਾ ਸਰੂਪ ਆ, ਇੱਦਾਂ ਦੀ ਗੱਲ ਨਹੀਂ। ਮਹਾਰਾਜ ਦੁਖੀਆਂ ਦਾ ਦਰਦ ਸਮਝਦੇ ਸੀ। ਗੁਰੂ ਸਾਹਿਬ ਜੀ ਕਹਿੰਦੇ ਉਸ ਬ੍ਰਾਹਮਣ ਨੂੰ, ਸਿੱਖ ਨੂੰ ਕਿਹਾ, ਬੁਲਾ ਕੇ ਲਿਆਓ ਸਾਡੇ ਪਾਸ। ਚੌਬਦਾਰ ਜਾਂਦਾ ਹੈ। ਉਹਨਾਂ ਨੇ ਆਖਿਆ ਬ੍ਰਾਹਮਣ ਨੂੰ ਕਿ ਗੁਰੂ ਮਹਾਰਾਜ ਤੁਹਾਨੂੰ ਬੁਲਾ ਰਹੇ ਆ। ਬ੍ਰਾਹਮਣ ਨੂੰ ਹਾਜ਼ਰ ਕੀਤਾ ਗਿਆ। ਦਾਤਾ ਜੀ ਉਹਨਾਂ ਦੇ ਰਸੀਲੇ ਨੈਣਾ ਨੇ ਮਿਹਰ ਦੀ ਨਜ਼ਰ ਪਾਈ ਆ, ਕਿਉਂਕਿ ਦੁੱਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ ਗੁਰੂ ਜੀ ਦੇ ਬਚਨਾਂ ਰਾਹੀਂ ਵੀ, ਤੇ ਗੁਰੂ ਜੀ ਦੇ ਦਰਸ਼ਨ ਕਰਕੇ ਕਰੋੜਾਂ ਜਨਮਾਂ ਦੇ ਪਾਪ ਬੰਦੇ ਦੇ ਕੱਟੇ ਜਾਂਦੇ ਆ। ਰਸੀਲੇ ਨੈਣਾ ਨੇ ਮਿਹਰ ਨਜ਼ਰ ਪਾਈ ਆ ਤੇ ਪੁੱਛਿਆ, ਹੇ ਦੁਖੀ ਬ੍ਰਾਹਮਣ ਜੀ, ਕੀ ਪੀੜਾ ਹੈ ਆਪ ਜੀ ਨੂੰ? ਮਹਾਰਾਜ ਦੀ ਬੋਲੀ ਬਹੁਤ ਚੰਗੀ ਸੀ, ਕਿਉਂਕਿ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲਿਆ ਕੌਰਾ। ਮਹਾਰਾਜ ਕੌੜਾ ਬੋਲਣਾ ਤਾਂ ਜਾਣਦੇ ਹੀ ਨਹੀਂ ਹਨ। ਉਹ ਬ੍ਰਾਹਮਣ ਫਿਰ ਹੱਥ ਜੋੜ ਕੇ ਕਹਿਣ ਲੱਗਾ, ਹੇ ਦੀਨ ਦਿਆਲ ਗੁਰੂ ਮਹਾਰਾਜ, ਸਭ ਬਲ ਤੇ ਮੈਂ ਹੋਏ ਨਰਾਸੀ, ਫਿਰ ਆਇਓ ਰਾਵਰ ਕੇ ਪਾਸੀ, ਅਤ ਅਨਿਆਏ ਮੋਹੇ ਸੰਗ ਕੀਨਾ, ਦੁਸ਼ਟ ਪਠਾਨ ਗਰਭ ਦੁਖ ਦੀਨਾ। ਮਹਾਰਾਜ ਮੈਂ ਆਪ ਜੀ ਦੇ ਅੱਗੇ ਫਰਿਆਦ ਕਰਦਾ ਹਾਂ। ਮੇਰੀ ਜਿਹੜੀ ਘਰ ਵਾਲੀ ਆ ਨਾ, ਉਹਨੂੰ ਬਸੀ ਦੇ ਪਠਾਣਾਂ ਨੇ ਅਗਵਾ ਕਰ ਲਿਆ। ਬਸੈ ਪਠਾਨ ਤਹਾਂ ਮਤ ਨਸੀ, ਉਹਨਾਂ ਤੇ ਸਾਡਾ ਕੋਈ ਜ਼ੋਰ ਨਹੀਂ ਲੱਗਦਾ। ਹੁਣ ਬ੍ਰਾਹਮਣ ਜਿਹੜੇ ਸੀਗੇ ਗੁਰੂ ਪਿਆਰਿਓ, ਦੇਖੋ ਇਹ ਗੱਲ ਨੂੰ ਸਮਝਿਓ, ਇਹ ਤਾਂ ਵੇਦਾਂ ਦਾ ਪਾਠ ਕਰਨ ਵਾਲੇ ਸੀ, ਮਾਲਾ ਫੇਰਨ ਵਾਲੇ ਸੀ, ਤਿਲਕ ਲਾਉਣ ਵਾਲੇ ਸੀ। ਕੋਈ ਇਹਨਾਂ ਤੋਂ ਇਹਨਾਂ ਦੀ ਘਰ ਵਾਲੀ ਹੀ ਚੁੱਕ ਕੇ ਲੈ ਜੇ, ਇਹਨਾਂ ਵਿੱਚ ਇੰਨੀ ਹਿੰਮਤ ਨਹੀਂ ਸੀ, ਉਹਦੀ ਬਾਂਹ ਫੜ ਲੈਂਦੇ। ਇਹ ਸਿਰਫ ਤੰਤਰਾਂ ਮੰਤਰਾਂ ਦਾ ਪਾਠ ਕਰਨ ਵਾਲੇ ਆ। ਪਰ ਮਹਾਰਾਜ ਜੀ ਦਾ ਸੁਭਾਅ ਐਸਾ, ਜੋ ਸ਼ਰਨ ਆਵੇ ਤੇ ਉਹਨੂੰ ਗਲ ਨਾਲ ਲਾਉਣਾ। ਜਿਹੜਾ ਵੀ ਸ਼ਰਨ ਆ ਗਿਆ ਉਹਨੂੰ ਗੁਰੂ ਮਹਾਰਾਜ ਗਲਵੱਕੜੀ ਵਿੱਚ ਲੈ ਕੇ ਉਹਦੀ ਫਰਿਆਦ ਸੁਣਦੇ ਸੀ। ਸਤਿਗੁਰੂ ਜੀ ਨੇ ਜਦੋਂ ਉਹਦੇ ਦਰਦ ਦੀ ਬਿਰਥਾ ਸੁਣੀ ਨਾ, ਵੀ ਮਹਾਰਾਜ ਕਿਨਹੂ ਨਿਆਉ ਨਾ ਮੇਰੋ ਕਰਿਓ, ਮੈਂ ਗਿਆ ਕਾਜੀ ਕੋਤ ਵਾਰ ਢਿੱਗ ਫਿਰਿਓ। ਕਾਜੀ ਜਿਹੜੇ ਉਹਨਾਂ ਨੇ ਰਿਸ਼ਵਤ ਲਈ ਹੋਈ ਆ, ਉਹ ਵੀ ਨਿਆਂ ਨਹੀਂ ਕਰਦੇ, ਕਿਸੇ ਨੇ ਮੇਰੇ ਨਾਲ ਨਿਆਂ ਨਹੀਂ ਕੀਤਾ। ਲੱਖ ਕਹਿ ਗੁਰ ਹਿੰਦਨ ਸਿਰ ਮੋਰ, ਪਰਮ ਦੁਖੀ ਆਇਓ ਇਸ ਠੌਰ। ਤਾਂ ਮੈਂ ਇਹ ਜਗ੍ਹਾ ਦੇ ਉੱਪਰ ਚੱਲ ਕੇ ਆਇਆ ਆਪ ਜੀ ਉੱਪਰ, ਕਿਉਂਕਿ ਵੇਖੋ ਮਹਾਰਾਜ ਮੈਨੂੰ ਨਿਆਂ ਨਹੀਂ ਕਿਸੇ ਨੇ ਦਿੱਤਾ। ਕੋਤਵਾਲੀ 'ਚ ਮੈਨੂੰ ਨਿਆਂ ਨਹੀਂ ਹੋਇਆ। ਕਾਜੀ ਜਿਹੜੇ ਆ ਵੱਡੀ ਲੈ ਕੇ ਹੱਕ ਗਵਾਏ, ਰਿਸ਼ਵਤ ਲੈ ਕੇ ਉਹਨਾਂ ਨੇ ਤਾਂ ਹੱਕ ਮਾਰੇ ਵੇ ਆ।
ਸਤਿਗੁਰੂ ਜੀ ਜਦੋਂ ਦਰਦ ਦੀ ਗਾਥਾ ਸੁਣਦੇ ਆ ਵੀ ਔਰਤਾਂ ਦਾ ਮਹਾਰਾਜ ਬਹੁਤ ਸਤਿਕਾਰ ਕਰਦੇ ਸੀ, ਇੱਜ਼ਤ ਬਹੁਤ ਦਿੰਦੇ ਸੀ ਇਸਤਰੀਆਂ ਨੂੰ। ਹੋਰਾਂ ਧਰਮਾਂ ਦੇ ਵਿੱਚ ਕਈ ਵਾਰ ਇਸਤਰੀਆਂ ਨੂੰ ਉਹ ਜਗ੍ਹਾ ਨਹੀਂ ਦਿੱਤੀ ਜਾਂਦੀ ਜੋ ਅਸਲ ਦੇ ਵਿੱਚ ਸਿੱਖ ਪੰਥ ਦੇ ਵਿੱਚ ਦਿੱਤੀ ਜਾਂਦੀ ਹੈ। ਮਹਾਰਾਜ ਖੰਡੇ ਦੀ ਪੌਹਲ ਜਦੋਂ ਛਕਾਉਂਦੇ ਆ ਉਦੋਂ ਨਾਲ ਹੀ ਬੀਬੀਆਂ ਵੀ ਨਹੀਂ ਛਕ ਸਕਦੀਆਂ, ਬੀਬੀਆਂ ਨੂੰ ਵੀ ਛਕਾਇਆ ਜਾਂਦਾ ਹੈ। ਇਹ ਨਹੀਂ ਕਿ ਔਰਤਾਂ ਨੂੰ ਕਹਿਤਾ ਵੀ ਤੁਸੀਂ ਅੰਮ੍ਰਿਤ ਨਹੀਂ ਛਕ ਸਕਦੀਆਂ, ਇਹ ਸਾਰਾ ਮਹਾਰਾਜ ਜੀ ਨੇ ਬਰਾਬਰ ਦਰਜਾ ਦਿੱਤਾ। ਪਰ ਕੁਝ ਧਰਮਾਂ ਦੇ ਵਿੱਚ ਔਰਤਾਂ ਨਾਲ ਵਿਤਕਰਾ ਕੀਤਾ ਜਾਂਦਾ ਅੱਜ ਵੀ। ਗੁਰੂ ਪਿਆਰਿਓ, ਮਹਾਰਾਜ ਜੀ ਨੇ ਦਰਦ ਦੀ ਬਿਰਥਾ ਸੁਣੀ ਆ, ਮੱਥੇ ਤੇ ਵੱਟ ਆਏ ਆ। ਮਹਾਰਾਜ ਜੀ ਕਹਿਣ ਲੱਗੇ, ਮਹਾਰਾਜ ਜੀ ਵੀਰ ਰਸ ਵਿੱਚ ਆ ਗਏ ਆ। ਨੂਰਾਨੀ ਚਿਹਰਾ ਭਾਈ ਵੀਰ ਸਿੰਘ ਜੀ ਕਹਿੰਦੇ ਨੂਰੀ ਦਮਕ ਵਿੱਚ ਹੋਰ ਦਮਕਿਆ। ਇੰਨੇ ਚਿਰ ਵਿੱਚ ਦੁਖੀ ਬ੍ਰਾਹਮਣ ਨੇ ਸਮਝਿਆ ਵੀ ਖੌਰੇ ਮੈਨੂੰ ਇੱਥੋਂ ਵੀ ਜਵਾਬ ਮਿਲੇਗਾ। ਉਹਨੂੰ ਲੱਗਾ ਹੈ ਕਿ ਜਿਵੇਂ ਮੈਨੂੰ ਪਹਿਲਾਂ ਕਾਜ਼ੀਆਂ ਨੇ ਜਵਾਬ ਦਿੱਤਾ, ਇਹ ਗੁਰੂ ਸਾਹਿਬ ਜੀ ਵੀ ਮੈਨੂੰ ਕਿਤੇ ਜਵਾਬ ਨਾ ਦੇ ਦੇਣ। ਫਿਰ ਉਹਨੇ ਉੱਚੀ ਉੱਚੀ ਪੁਕਾਰ ਕੀਤੀ, ਰੋਇਆ ਬ੍ਰਾਹਮਣ, ਇੰਨਾ ਰੋਇਆ। ਇੱਦਾਂ ਹੀ ਹੁੰਦਾ ਸੀਗਾ। ਅੱਜ ਕਈ ਕਹਿ ਦਿੰਦੇ ਆ ਸਿੰਘਾਂ ਦੇ 12 ਵੱਜ ਗਏ। ਗੁਰੂ ਪਿਆਰੋ, ਇੱਥੋਂ ਆਪ ਜੀ ਨੂੰ ਸਾਰਾ ਕੁਝ ਪਤਾ ਲੱਗ ਜਾਏਗਾ। ਸ਼੍ਰੀ ਪ੍ਰਭ ਕਹਿ ਅਬ ਤ੍ਰੇ ਕੇ ਪਾऊं, ਨਤ ਮੈਂ ਦਵਾਰ ਅਗਰ ਜਲ ਜਾऊं। ਜੀਵਨ ਧਰਮ ਨਹੀਂ ਅਬ ਮੇਰਾ, ਤੁਮ ਬਿਨ ਜਤਨ ਨਹੀਂ ਕੋ ਹੇਰਾ। ਮਹਾਰਾਜ, ਮੈਂ ਸੜ ਕੇ ਸਵਾਹ ਹੋ ਜਾਵਾਂਗਾ ਇੱਥੇ ਹੀ, ਆਪਣੇ ਪਿੰਡੇ ਨੂੰ ਅੱਗ ਲਾ ਲਵਾਂਗਾ, ਆਤਮ ਹੱਤਿਆ ਕਰ ਲਵਾਂਗਾ। ਕਿਉਂ? ਕਿਉਂਕਿ ਹੁਣ ਮੇਰੀ ਜ਼ਿੰਦਗੀ ਕੋਈ ਨਹੀਂ ਰਹੀ। ਮੇਰੀ ਘਰ ਵਾਲੀ, ਮੇਰੀ ਇਸਤਰੀ ਨੂੰ ਹੀ ਚੁੱਕ ਕੇ ਲੈ ਗਿਆ। ਇਹ ਸੁਣ ਕੇ ਮਹਾਰਾਜ ਜੀ ਕਹਿਣ ਲੱਗੇ, ਬ੍ਰਾਹਮਣ ਜੀ ਤੁਹਾਡਾ ਨਾਮ ਕੀ ਆ? ਬ੍ਰਾਹਮਣ ਨੇ ਕਿਹਾ, ਮੇਰਾ ਨਾਮ ਦੇਵਦਾਸ ਹੈ ਤੇ ਮੈਂ ਸਾਰਸਵਤ ਬ੍ਰਾਹਮਣ ਹਾਂ। ਗੁਰੂ ਜੀ ਬੋਲੇ, ਦੇਵਦਾਸ ਜੀ ਸੜ ਕੇ ਨਾ ਮਰੋ, ਨਾ ਹੀ ਚਿੰਤਾ ਦੀ ਅੱਗ ਵਿੱਚ ਮਨ ਨੂੰ ਜਲਾਓ, ਹੌਸਲਾ ਕਰੋ, ਗੁਰੂ ਨਾਨਕ ਦੇਵ ਜੀ ਭਲੀ ਕਰਨਗੇ। ਦੇਖੋ ਮਹਾਰਾਜ ਇੱਦਾਂ ਹੀ ਪੁਰਾਤਨ ਗ੍ਰੰਥਾਂ ਵਿੱਚ, ਹੁਣ ਭਾਈ ਵੀਰ ਸਿੰਘ ਜੀ ਬਹੁਤ ਸਿਆਣੇ ਸੁਜਾਨ ਕਵੀ ਆ, ਉਹਨਾਂ ਨੇ ਗਾਥਾ ਲਿਖੀ, ਆਪਾਂ ਉਹਨਾਂ ਦੇ ਗ੍ਰੰਥ ਵਿੱਚੋਂ ਬੋਲ ਰਹੇ। ਸ੍ਰੀ ਕਲਗੀਧਰ ਚਮਤਕਾਰ ਵਿੱਚੋਂ ਗੁਰੂ ਮਹਾਰਾਜ ਜੀ ਕਹਿਣ ਲੱਗੇ ਹਨ, ਗੁਰਮੁਖੋ ਵੀ ਨਾ ਤਾਂ ਤੁਸੀਂ ਸੜ ਕੇ ਮਰੋ, ਆਤਮ ਹੱਤਿਆ ਕਰਨੀ ਤਾਂ ਪਾਪ ਆ। ਮਸਾਂ ਤਾਂ ਮਸਾਂ ਇਹ ਬ੍ਰਾਹਮਣ ਜੀ ਦੇਹ ਮਿਲਦੀ ਆ, ਕਿਉਂ ਤੁਸੀਂ ਸੜ ਕੇ ਮਰਨਾ? ਤੇ ਨਾ ਹੀ ਕੋਈ ਚਿੰਤਾ ਕਰੋ, ਹੌਸਲਾ ਰੱਖੋ, ਬਾਬਾ ਨਾਨਕ ਜੀ ਭਲੀ ਕਰਨਗੇ। ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਕਿ ਅਸੀਂ ਕਰਾਂਗੇ। ਦੇਖੋ ਫਿਰ ਮਹਾਰਾਜ ਜੀ ਦੇ ਕਹਿਣ ਤੇ ਬ੍ਰਾਹਮਣ ਨੇ ਸੁੱਖ ਦਾ ਲੰਮਾ ਸਾਰਾ ਸਾਹ ਲਿਆ, ਵਗਦੇ ਨੈਣ ਪੂੰਝਿਆ, ਧਰਤੀ ਤੇ ਸਿਰ ਰੱਖ ਕੇ ਕਿਹਾ, ਹੇ ਬੰਦੀ ਛੋੜ ਦਾਤੇ ਆਪ ਜੀ ਧੰਨ ਹੋ, ਗਰੀਬ ਨਵਾਜੂ ਆਪ ਜੀ ਧੰਨ। ਫਿਰ ਮਹਾਰਾਜ ਜੀ ਨੇ ਉਧਰੋਂ ਹੁਕਮ ਹੋਇਆ, ਬਾਬਾ ਅਜੀਤ ਸਿੰਘ ਜੀ ਨੂੰ ਬੁਲਾਓ। ਬ੍ਰਾਹਮਣ ਕਹਿਣ ਲੱਗਾ, ਇਹ ਅਜੀਤ ਸਿੰਘ ਕੌਣ ਹੋਵੇਗਾ? ਕੋਈ ਜਮਾਦਾਰ, ਕੋਈ ਸੂਬੇਦਾਰ, ਕੋਈ ਫੌਜ ਦਾ ਸੈਨਾਪਤੀ, ਕੋਈ ਨੌਕਰ, ਕੋਈ ਚਾਕਰ, ਕੋਈ ਗੈਰ ਸੂਰਮਾ ਤਾਂ ਨਹੀਂ ਇਹ ਕਿਤੇ। ਤੇ ਮਹਾਰਾਜ ਜੀ ਨੇ ਜਦੋਂ ਕਿਹਾ ਵੀ ਬਾਬਾ ਅਜੀਤ ਸਿੰਘ ਜੀ ਨੂੰ ਬੁਲਾਓ, ਆਪਣੇ ਵੱਡੇ ਸਾਹਿਬਜ਼ਾਦੇ ਨੂੰ ਬੁਲਾਇਆ ਤੇ ਬਾਬਾ ਜੀ ਜਿਹੜੇ ਹਨ ਹਾਜ਼ਰ ਹੋਏ ਆ। ਫਿਰ ਉਹਨਾਂ ਨੂੰ ਪਤਾ ਲੱਗਾ ਵੀ ਇਹ ਕੋਈ ਨੌਕਰ ਚਾਕਰ ਸੈਨਾਪਤੀ ਨਹੀਂ, ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਿਲ ਦੇ ਟੁਕੜੇ ਆ, ਜਿਨ੍ਹਾਂ ਨੇ ਆਪਾਂ ਉਹਨਾਂ ਦੇ ਦਿਨ ਹੁਣ ਮਨਾ ਰਹੇ ਆ ਨਾ। ਗੁਰੂ ਪਿਆਰਿਓ, ਜਿਨ੍ਹਾਂ ਨੇ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਪਾਈ ਆ। ਨਾਮ ਕਾ ਅਜੀਤ ਹੂੰ, ਜੀਤਾ ਨਹੀਂ ਜਾਊਂਗਾ, ਜੀਤਾ ਅਗਰ ਗਿਆ ਤੋ ਲੌਟ ਕੇ ਨਹੀਂ ਆਊਂਗਾ। ਆਪਣੇ ਦਿਲ ਦਾ ਟੁਕੜਾ, ਆਪਣਾ ਵੱਡਾ ਪੁੱਤਰ ਮਹਾਰਾਜ ਜੀ ਦਾ। ਉਮਰ ਕਿੰਨੀ ਆ? ਪੂਰੇ ਭਾਈ ਵੀਰ ਸਿੰਘ ਜੀ ਲਿਖਦੇ ਅਜੇ 20 ਬਰਸ ਦੀ ਵੀ ਨਹੀਂ। ਭਾਈ ਵੀਰ ਸਿੰਘ ਜੀ ਲਿਖਦੇ ਵੀ ਅਜੇ 20 ਸਾਲਾਂ ਦੇ ਵੀ ਪੂਰੇ ਨਹੀਂ ਹੋਏ ਹੈਗੇ। ਸਾਹਿਬਜ਼ਾਦਾ ਅਜੀਤ ਸਿੰਘ ਜੀ ਗੁਰੂ ਪਿਤਾ ਜੀ ਦੀ ਹਾਜ਼ਰੀ ਵਿੱਚ ਹਾਜ਼ਰ ਹੁੰਦੇ ਆ। ਸ਼ਾਸਤਰ ਉਹਨਾਂ ਨੇ ਸਜੇ ਹੋਏ ਆ, ਸੁੰਦਰਤਾ ਦੇ ਤੇਜ ਡੁੱਲ ਡੁੱਲ ਪੈ ਰਹੇ ਆ ਤੇ ਅਸਲ ਸੰਨਿਆਸ ਜਿਹੜਾ ਮਹਾਰਾਜ ਜੀ ਨੇ ਸਿਖਾਇਆ, ਪਿਤਾ ਜੀ ਦੇ ਰਸੀਲੇ ਨੈਣ ਪੁੱਤਰ ਤੇ ਪੈਂਦੇ ਆ ਤੇ ਆਗਿਆ ਹੁੰਦੀ ਆ, ਬੇਟਾ ਅਕਾਲ ਪੁਰਖ ਜੀ ਦਾ ਹੁਕਮ ਆ, ਯਹਾਂ ਤਾਹੀਂ ਤੈ ਧਰਮ ਚਲਾਏ, ਕੁਬੁੱਧ ਕਰਨ ਤੈ ਲੋਕ ਹਟਾਏ। ਜੋ ਬ੍ਰਾਹਮਣ ਲਾਗੇ ਖੜਾ ਸੀ ਨਾ, ਮਹਾਰਾਜ ਜੀ ਨੇ ਉਹਦੇ ਵੱਲ ਇਸ਼ਾਰਾ ਕਰਕੇ ਕਿਹਾ,
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਅਜੀਤ ਸਿੰਘ ਜੀ ਨੂੰ ਕਹਿਣ ਲੱਗੇ, ਬੇਟਾ ਅਕਾਲ ਪੁਰਖ ਦਾ ਹੁਕਮ ਆ, ਜਦੋਂ ਵੀ ਕਿਤੇ ਜ਼ਬਰ ਹੁੰਦਾ ਹੋਵੇ ਉਹਨੂੰ ਰੋਕਣਾ ਹਰ ਇੱਕ ਸਿੰਘ ਦਾ ਫਰਜ਼ ਆ, ਨਿਯਮ ਆ, ਮਰਿਆਦਾ ਇਹ ਬ੍ਰਾਹਮਣ ਜੀ ਸਾਡੇ ਕੋਲ ਆਏ ਆ, ਇਹਨਾਂ ਦਾ ਨਾਮ ਦੇਵਦਾਸ ਆ। ਇਹਨਾਂ ਦੀ ਘਰ ਵਾਲੀ ਨੂੰ ਬਸੀ ਦਾ ਜਿਹੜਾ ਪਠਾਨ ਆ ਜਾਵਰ ਖਾਂ ਉਹ ਖੋਹ ਕੇ ਲੈ ਗਿਆ। ਤੁਸੀਂ ਉਹ ਵਾਪਸ ਲੈ ਕੇ ਆਉਣੀ ਆ ਤੇ ਉਹ ਪਠਾਣਾ ਨੂੰ ਵੀ ਇੱਥੇ ਲੈ ਕੇ ਆਉਣਾ। ਬਿਜਲੀ ਦੇ ਵਾਂਗ ਜਾਣਾ ਹੈ, ਤੇਜੀ ਤੇਜੀ, ਆਉਂਦੇ ਜਾਂਦੇ ਦਾ ਉਹਨਾਂ ਨੂੰ ਪਤਾ ਹੀ ਨਾ ਲੱਗੇ, ਬਸ ਕਾਰਜ ਕਰਨਾ ਹੈ, ਫੁਰਤੀ ਦਾ ਕੰਮ ਆ। ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਦੱਸਿਆ ਕਠਿਨ ਕੰਮ ਸੀਗਾ ਇਹ। ਗੁਰੂ ਪਿਆਰੋ ਇੰਨਾ ਸੌਖਾ ਕੰਮ ਨਹੀਂ ਸੀ। ਪਠਾਨ ਜਿਹੜੇ ਸੀ ਤਿਆਰੀ 'ਚ ਰਹਿੰਦੇ ਸੀਗੇ, ਬੜਾ ਦਬਦਬਾ ਪਾਇਆ ਹੋਇਆ ਸੀ ਬ੍ਰਾਹਮਣਾਂ ਤੇ। ਉਹਨਾਂ ਨੇ ਆਗਿਆ ਪਾ ਕੇ ਪਿਤਾ ਜੀ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ, ਉਹਨਾਂ ਨੇ ਬਿਲਕੁਲ ਵੀ ਨਹੀਂ ਕਿਹਾ ਮਹਾਰਾਜ ਮੈਂ ਕਾਰਜ ਨਹੀਂ ਕਰਾਂਗਾ। 7 ਬਚਨ ਕਹਿ ਕੇ ਆਏ ਆ। ਮੱਥਾ ਵੀਰ ਰਸ ਨਾਲ ਉਹਨਾਂ ਦਾ ਭਾਈ ਵੀਰ ਸਿੰਘ ਜੀ ਕਹਿੰਦੇ ਚਮਕਿਆ। ਖੜਗ ਦੀ ਟੇਕ ਲੈ ਕੇ ਉੱਠਿਆ। ਗੁਰੂ ਸਾਹਿਬ ਜੀ ਤੋਂ ਆਗਿਆ ਪਾ ਕੇ ਥਾਪੜਾ ਲੈ ਕੇ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਰਹਿਮਤ ਕਰਨ, ਇਹ ਵੱਡਾ ਕਾਰਜ ਵੀ ਬੜਾ ਛੋਟਾ ਹੋ ਨਿਬੜੇਗਾ, ਫਤਿਹ ਹੋ ਜਾਵੇਗਾ। ਜਿਵੇਂ ਕਿ ਸੁਣਿਆ ਹਾਥ ਹੋਵੇ ਅਸਗਾ, ਪੰਕਤੀ ਆਉਂਦੀ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਜਪਜੀ ਸਾਹਿਬ ਦੀ ਬਾਣੀ ਵਿੱਚ, ਕਿ ਜੇ ਗੁਰੂ ਕਿਰਪਾ ਕਰ ਦਵੇ ਸਮੁੰਦਰ ਵੀ ਹੱਥ ਕੁ ਜਿੱਡਾ ਹੀ ਰਹਿ ਜਾਂਦਾ। ਸੁਣਿਆ ਹਾਥ ਹੋਵੇ ਅਸਗਾਹ, ਤਾਂ ਇਸ ਤਰ੍ਹਾਂ ਦੀ ਕਿਰਪਾ ਉੱਥੇ ਵਰਤੀ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੰਘ ਬਾਬਾ ਅਜੀਤ ਸਿੰਘ ਨਾਲ ਜਾਣ ਲਈ ਤਿਆਰ ਬਰ ਤਿਆਰ ਹੋਏ ਆ। ਗੁਰੂ ਮਹਾਰਾਜ ਨੇ ਬਾਬਾ ਅਜੀਤ ਸਿੰਘ ਨੂੰ ਛਾਤੀ ਨਾਲ ਲਾਇਆ, ਘੁੱਟ ਕੇ ਜੱਫੀ ਪਾਈ ਆ, ਪਿਆਰ ਦਿੱਤਾ ਤੇ ਆਖਿਆ, ਸਿਰੀ ਅਸ ਧੁਜਦੀ ਰੱਖਿਆ, ਤੇਰੇ ਅੰਗ ਸੰਗ ਹੋਵੇ ਜਾਓ ਬੇਟਾ ਜੀ। ਇਉਂ ਅਸੀਸਾਂ ਲੈ ਕੇ ਨੌ ਨਿਹਾਲ ਲਾਲ ਜੀ ਬਾਹਰ ਆਏ ਆ। 100 ਘੋੜ ਸਵਾਰ ਨਾਲ ਤਿਆਰ ਕੀਤਾ ਹੈ। 100 ਸਵਾਰ ਦੁਖੀ ਬ੍ਰਾਹਮਣ ਨੂੰ ਨਾਲ ਹੀ ਘੋੜੇ ਤੇ ਬਿਠਾ ਲਿਆ। ਜੋ ਰਸਤਾ ਤੇ ਘਰ ਦੇ ਉਸ ਪਠਾਨ ਦੀ ਸਿਆਣ ਦੱਸੋ, ਕੌਣ ਸੀਗਾ ਪਠਾਨ? ਇਹ ਕੰਮ ਕਰਕੇ ਕੂਚ ਬੋਲ ਦਿੱਤੀ ਆ। 2 ਘੜੀ ਦਿਨ ਬਾਕੀ ਸੀ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਫੌਜ ਦਾ ਦਸਤਾ ਲੈ ਕੇ ਤੁਰੇ ਹੋਏ ਸਤਲੁਜੋਂ ਪਾਰ ਹੋਏ ਆ। ਬੰਦੂਕਾਂ ਕਸੀਆਂ ਤਿਆਰ ਹੋਈਆਂ, ਇੱਕ ਛਲਕ ਲਈ ਗੋਲੀਆਂ ਭਰੀਆਂ ਹੋਈਆਂ, ਤੁਰੇ ਜਾਂਦੇ ਆ। ਰਾਤ ਦੇ ਅੰਧੇਰੇ ਵਿੱਚ ਚਾਨਣਾ ਦੇਣ ਵਾਲੇ ਗੁਰੂ ਜੀ ਦੇ ਸੁਪੁੱਤਰ ਸਾਹਿਬਜ਼ਾਦੇ, ਜਿੱਥੇ ਕਿਤੇ ਰਾਹ ਦਾ ਸ਼ੱਕ ਪਵੇ ਤੇ ਬ੍ਰਾਹਮਣ ਵੀ ਨਾ ਦੱਸ ਸਕੇ ਤਾਂ ਕਿਸੇ ਸਿਆਣਪ ਨਾ ਪਤਾ ਕਰਦੇ ਆ ਤੇ ਤੁਰੇ ਜਾਂਦੇ ਅੱਗੇ। ਦਿਨ ਅਜੇ ਚੜ੍ਹਿਆ ਨਹੀਂ ਸੀ। ਬਸੀ ਪਠਾਣਾ ਦੀ ਜਿਹੜੀ ਜੂਹ ਆ ਨਾ ਪਿੰਡ ਦੀ, ਉੱਥੇ ਜਾ ਕੇ ਆਪ ਪਹੁੰਚੇ ਆ। ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਪਿਤਾ ਜੀ ਦਾ ਜਿਹੜਾ ਹੁਕਮ ਆ ਉਹ ਕਮਾਉਣਾ ਚਾਹੁੰਦੇ ਆ। ਆਪ ਦਾ ਆਸ਼ਾ ਇਹ ਸੀ ਕਿ ਐਡਾ ਅਚਾਨਕ ਜਾ ਕੇ ਪਵਾਂ ਕਿ ਜੰਗ ਦਾ ਘੱਟ ਤੋਂ ਘੱਟ ਸਮਾਂ ਹੀ ਨਾ ਬਣੇ। ਬਾਬਾ ਅਜੀਤ ਸਿੰਘ ਜੀ ਇੰਨੀ ਤੇਜ਼ੀ ਨਾਲ ਜਾਣਾ ਚਾਹੁੰਦੇ ਸੀ। ਐਸਾ ਹੀ ਹੋਇਆ। ਲੋਕ ਅਜੇ ਸੁੱਤੇ ਹੀ ਪਏ ਸੀਗੇ ਤੇ ਬਾਬਾ ਅਜੀਤ ਸਿੰਘ ਤੇ 100 ਸਿੰਘ ਪਹੁੰਚ ਗਿਆ। ਤਦੇ ਹੀ ਪਤਾ ਲੱਗਾ ਜੋ ਪਠਾਨ ਦੀ ਹਵੇਲੀ ਦੇ ਬੂਹੇ ਟੁੱਟ ਗਿਆ ਤੇ ਬਸੀ ਵਿੱਚ ਭਾਰੀ ਖੜਕਾ ਹੋਇਆ, ਬਹੁਤ ਜ਼ਿਆਦਾ ਖੜਕਾ ਹੋਇਆ। ਪਠਾਨ ਜਾਗੇ ਆ। ਉਹਨਾਂ ਨੂੰ ਤਾਂ ਉਦੋਂ ਹੀ ਪਤਾ ਲੱਗਾ ਜਦੋਂ ਖੜਕਾ ਹੋਇਆ। ਜਿਵੇਂ ਕਈ ਵਾਰੀ ਇਵੇਂ ਹੁੰਦਾ ਵੀ ਬਹੁਤ ਖੜਕੇ ਨਾਲ ਸਾਡੀ ਨੀਂਦ ਖੁੱਲ੍ਹ ਜਾਂਦੀ ਆ, ਤਾਂ ਬਸੀ ਦੇ ਜਿਹੜੇ ਪਠਾਨ ਸੀ ਉਹਨਾਂ ਨੂੰ ਤਾਂ ਉਦੋਂ ਪਤਾ ਲੱਗਾ। ਕਹਿੰਦੇ ਆਹ ਕੀ ਹੋ ਗਿਆ? ਛਿਨ ਵਿੱਚ ਹੀ ਆ ਕੇ ਨਾ ਹੱਲਾ ਬੋਲਤਾ। ਉਹ ਰੌਲਾ ਪੈ ਗਿਆ, ਸਿੱਖ ਆ ਗਏ, ਸਿੰਘ ਆ ਗਏ, ਸਿੰਘ ਆ ਗਏ, ਇੱਦਾਂ ਦੀਆਂ ਆਵਾਜ਼ਾਂ ਨਿਕਲੀਆਂ। ਸਿੱਖ ਬੂਹੇ ਤੋੜ ਕੇ ਕਹਿੰਦੇ ਹਵੇਲੀ ਦੇ ਅੰਦਰ ਲੰਘ ਗਿਆ। ਆਵਾਜ਼ ਸੁਣੀ, ਕੁਝ ਪਠਾਨ ਤਾਂ ਘਰਾਂ ਦੇ ਅੰਦਰ ਹੀ ਧਰਵਕ ਕੇ ਰਹਿ ਗਿਆ। ਕੁਝ ਬਾਹਰ ਕੌਣ ਨਿਕਲੇ ਹੁਣ? ਵੀ ਬਾਹਰ ਨਿਕਲਣ ਦੀ ਹਿੰਮਤ ਕਿਹਦੀ ਹੈ? ਸਿੰਘ ਆਏ ਹੋਏ ਆ। ਜੇ ਕੋਈ ਬਾਹਰ ਨਿਕਲੇ ਤੇ ਉਹ ਏਡੀ ਸੈਨਾ ਜਿਹੜੀ ਸਿੰਘਾਂ ਦਾ ਜੋਸ਼ ਸ਼ੇਰਾਂ ਵਰਗਾ ਦੇਖ ਕੇ ਖਿਸਕ ਗਿਆ ਉੱਥੋਂ। ਕਿਸੇ ਦਾ ਹੌਸਲਾ ਨਹੀਂ ਪਿਆ ਵੀ ਮੁਕਾਬਲਾ ਕਰੀਏ। ਜੇ ਕਿਸੇ ਨੇ ਭਾਈ ਵੀਰ ਸਿੰਘ ਜੀ ਕਹਿੰਦੇ ਸਾਹਮਣਾ ਕੀਤਾ ਨਾ, ਉਹਨੇ ਮੂੰਹ ਦੀ ਖਾਧੀ ਆ। ਸਿੰਘਾਂ ਨੇ ਹਵੇਲੀ ਤੋੜਨ ਤੋਂ ਪਹਿਲਾਂ ਪਹਿਰੇ ਦੇ ਦੇ ਕੇ ਆਦਮੀ ਮੁਸ਼ਕਾਂ ਨਾਲ ਬੰਨ੍ਹ ਲਿਆ। ਹੁਣ ਸਿੱਖ ਗੁਰੂ ਦੇ ਸਿੰਘ ਉਹ ਅਸਲ ਜਿਹੜਾ ਦੋਸ਼ੀ ਆ ਉਹਨੂੰ ਲੱਭ ਰਹੇ ਆ।
ਤੇ ਉਹ ਸੌਂ ਰਿਹਾ ਸੀ ਕਮਰੇ ਦੇ ਵਿੱਚ। ਉਹਨੂੰ ਸੁੱਤੇ ਪਏ ਨੂੰ ਨੱਪ ਲਿਆ ਉੱਥੇ ਜਾ ਕੇ। ਭਾਈ ਵੀਰ ਸਿੰਘ ਜੀ ਕਹਿੰਦੇ ਆ ਵੀ ਉਹ ਇੱਕਦਮ ਜਦੋਂ ਘਾਬਰ ਗਿਆ ਨਾ, ਇੱਧਰ ਉੱਧਰ ਭੱਜਣ ਤਾਂ ਲੱਗਾ, ਪਰ ਨੱਪ ਲਿਆ ਸਿੰਘਾਂ ਨੇ ਜਾ ਕੇ। ਤੇ ਜਦੋਂ ਜਿਵੇਂ ਬਾਜ ਆ ਜਿਹੜਾ ਪੰਜੇ ਦੇ ਨਾਲ ਸੱਪ ਨੂੰ ਫੜ ਲੇ ਨਾ, ਸੱਪ ਫਿਰ ਛੁੱਟ ਨਹੀਂ ਸਕਦਾ, ਮਜ਼ਬੂਤੀ ਹੁੰਦੀ ਉਹਦੇ ਵਿੱਚ ਬਹੁਤ ਜ਼ਿਆਦਾ ਪੰਜੇ ਵਿੱਚ। ਤੇ ਸਿੰਘਾਂ ਨੇ ਫਿਰ ਜਦੋਂ ਹੱਲਾ ਬੋਲਿਆ ਤੇ ਬ੍ਰਾਹਮਣ ਨੇ ਪਛਾਣ ਕੀਤੀ, ਹਾਂ ਇਹੀ ਆ ਉਹ ਦੋਸ਼ੀ, ਇਹੀ ਆ ਉਹ ਜਾਬਰ ਖਾਂ। ਤੇ ਫਿਰ ਉਹਨੇ ਆਪ ਹੀ ਦੱਸਿਆ ਵੀ ਹਾਂ, ਉਹ ਮੰਨ ਗਿਆ, ਡਰ ਗਿਆ, ਮੇਰਾ ਨਾਮ ਹੀ ਜਾਬਰ ਖਾਂ ਵਾ। ਫਿਰ ਉਹਦੀ ਘਰ ਵਾਲੀ ਪਛਾਣੀ, ਕਿਉਂਕਿ ਉੱਥੇ ਹੋਰ ਬਹੁਤ ਔਰਤਾਂ ਸੀਗੀਆਂ, ਉਹਨਾਂ ਤੋਂ ਪੁੱਛ-ਗਿੱਛ ਕੀਤੀ, ਤਸੱਲੀ ਕਰ ਲਈ। ਫਿਰ ਉਹ ਜਿਹੜੀ ਬ੍ਰਾਹਮਣੀ ਸੀਗੀ, ਔਰਤ ਸੀਗੀ, ਉਹ ਵੀ ਨਾਲ ਹੀ ਲਿਆਂਦੀ ਆ। ਬਾਕੀ ਘਰ ਦੀ ਕਿਸੇ ਤਰੀਮਤ ਨੂੰ ਕੁਝ ਨਹੀਂ ਕਿਹਾ। ਬਾਬਾ ਅਜੀਤ ਸਿੰਘ ਨੇ ਘਰ ਵਿੱਚ ਹੋਰ ਮੁਸਲਮਾਨੀਆਂ ਪਠਾਣੀਆਂ ਜਿਹੜੀਆਂ ਸੀਗੀਆਂ, ਉਹਨਾਂ ਨੂੰ ਹੱਥ ਨਹੀਂ ਲਾਇਆ ਸਿੰਘਾਂ ਨੇ। ਤੇ ਇਹ ਹੀ ਜਿਹੜਾ ਦੋਸ਼ੀ ਸੀ, ਇਹਨੂੰ ਨਾਲ ਲੈ ਲਿਆ ਆਪਣੇ। ਦੋਵਾਂ ਨੂੰ ਦਸਤੇ ਦੇ ਵਿਚਕਾਰ ਲੈ ਕੇ ਘੋੜਿਆਂ ਤੇ ਬਿਠਾ ਕੇ ਕੂਚ ਕੀਤੀ ਆ। ਜਿੱਥੇ ਤੱਕ ਵੱਸ ਚੱਲਿਆ, ਜੰਗ ਨਹੀਂ ਕੀਤੀ, ਇਉਂ ਲਗਭਗ ਸਾਫ਼ ਹੀ ਨਿਕਲ ਆਇਆ ਤੇ ਨੰਦਾਂ ਦੀ ਪੁਰੀ ਵਿੱਚ ਆ ਪਹੁੰਚਿਆ। ਇਹ ਬਸੀ ਦੇ ਪਠਾਣਾਂ ਨੇ ਬਹੁਤ ਜ਼ਿਆਦਾ ਅੱਤ ਚੁੱਕੀ ਹੋਈ ਸੀਗੀ। ਸਤਿਗੁਰੂ ਮਹਾਰਾਜ ਜੀ ਦੇ ਦੀਵਾਨ ਵਿੱਚ ਆਏ ਆ ਤੇ ਹੋਣਹਾਰ ਬਾਬਾ ਅਜੀਤ ਸਿੰਘ ਨੇ ਦੋਵੇਂ, ਉਹ ਪਠਾਨ ਤੇ ਉਹ ਬ੍ਰਾਹਮਣੀ, ਸਭਾ ਵਿੱਚ ਪੇਸ਼ ਕੀਤੇ ਆ। ਨਿਆਂਸ਼ੀਰ ਗੁਰੂ ਪਿਤਾ ਜੀ ਨੇ ਉਹ ਜਿਹੜਾ ਜਾਬਰ ਖਾਂ ਸੀ ਨਾ, ਉਹਨੂੰ ਉਹਦੀਆਂ ਅਗਲੀਆਂ ਪਿਛਲੀਆਂ ਐਸੀਆਂ ਬਦੀਆਂ ਦੇ ਖੂਨ ਖਰਾਬਿਆਂ ਦੇ ਬਦਲੇ ਦੰਡ ਦਿੱਤਾ, ਸਜ਼ਾ ਦਿੱਤੀ। ਜਬਰ ਖਾਂ ਤੀਰ ਦੇ ਘਾਟ ਉਤਾਰਿਆ ਗਿਆ ਤੇ ਉਹ ਬ੍ਰਾਹਮਣੀ, ਉਹ ਜਿਹੜੀ ਸੀ ਬ੍ਰਾਹਮਣ ਨੂੰ ਦਵਾਈ ਗਈ ਆ। ਤਵਾਰੀਖਾਂ ਦੇ ਵਿੱਚ ਲਿਖਿਆ ਕਿ ਬ੍ਰਾਹਮਣੀ ਨੂੰ ਉਹਦੇ ਭਾਈਚਾਰੇ ਵਿੱਚ ਵੀ ਮਿਲਾਇਆ ਗਿਆ। ਜਾਪਦਾ ਹੈ ਕਿ ਬ੍ਰਾਹਮਣ ਨੂੰ ਜਾਂ ਇਸਤਰੀ ਮਿਲ ਗਈ। ਉਦੋਂ ਫਿਰ ਉਹਦੇ ਅੱਗੇ ਦੂਜੀ ਮੁਸ਼ਕਲ ਇਹ ਆਈ ਵੀ ਉਹਨੂੰ ਕੋਈ ਸਵੀਕਾਰ ਨਹੀਂ ਸੀ ਕਰ ਰਿਹਾ। ਫਿਰ ਕਹਿਣ ਲੱਗੇ ਤੁਰਕਾਂ ਦੇ ਘਰੇ ਰਹਿ ਕੇ ਆਈ ਆ। ਕਹਿੰਦੇ ਚਾਹੇ ਉਹਨੂੰ ਮੱਲੋ ਮੱਲੀ ਉਹ ਲੈ ਗਏ ਸੀਗੇ, ਪਰ ਗਈ ਤਾਂ ਹੈਗੀ ਆ ਨਾ। ਇਸਤਰੀ ਨੂੰ ਇਸ ਤਰ੍ਹਾਂ ਧਰਕਾਰਿਆ ਜਾਂਦਾ ਸੀਗਾ। ਕਹਿੰਦੇ ਹੁਣ ਨਹੀਂ ਇਹ ਮੁੜ ਹਿੰਦੂ ਹੋ ਸਕਦੀ। ਇਸ ਵਿਪਤਾ ਨੂੰ ਦੂਰ ਕਰਨ ਲਈ ਆਨੰਦਪੁਰ ਸਾਹਿਬ ਦੇ ਵਿੱਚ ਹੀ ਉਹਨਾਂ ਨੂੰ ਪਨਾਹ ਦਿੱਤੀ ਗਈ ਹੈ। ਆਨੰਦਪੁਰ ਵਿੱਚ ਵਸਦੇ ਬ੍ਰਾਹਮਣ ਭਾਈਚਾਰੇ, ਉਹਨਾਂ ਦੇ ਵਿੱਚ ਹੀ ਉਹਨਾਂ ਨੂੰ ਰਹਿਣ ਲਈ ਕਿਹਾ ਗਿਆ, ਤਾਂ ਕਿ ਜਦੋਂ ਬ੍ਰਾਹਮਣ ਆਪਦੇ ਘਰ ਅੱਪੜੇ ਤਾਂ ਉਹਦਾ ਟੱਬਰ ਕਬੀਲਾ ਉਹਨੂੰ ਛੇਕ ਨਾ ਦੇਵੇ, ਹੋਰ ਕਸ਼ਟ ਨਾ ਇਹਨਾਂ ਨੂੰ ਪੈਣ। ਸਤਿਗੁਰੂ ਜੀ ਦੀ ਇਸ ਕਰਨੀ ਨੂੰ ਦੇਖ ਕੇ ਨਾ ਮਹਾਰਾਜ ਦੀ ਕੀਰਤੀ ਭਾਈ ਘਰ ਘਰ ਦੇ ਵਿੱਚ ਫੈਲੀ ਆ। ਬ੍ਰਾਹਮਣਾਂ ਨੇ ਸਤਿਗੁਰੂ ਮਹਾਰਾਜ ਨੂੰ ਦੁਸ਼ਟ ਦਮਨ ਅਵਤਾਰ ਕਹਿ ਕੇ ਤਸੱਲੀ ਕੀਤੀ ਆ। ਕਹਿੰਦੇ ਹੁਣ ਸ਼ਾਂਤੀ ਆਈ ਮਨ ਨੂੰ, ਵਾਕਈ ਇਹ ਗੁਰੂ ਜੀ ਤਾਂ ਰੱਬੀ ਅਵਤਾਰ ਆ। ਅਸਲ ਵਿੱਚ ਅੱਜ ਕੱਲ੍ਹ ਉਹਨਾਂ ਸਮਿਆਂ ਨੂੰ ਸਮਝਣਾ ਨਾ ਕਠਿਨ ਆ। ਭਾਈ ਵੀਰ ਸਿੰਘ ਜੀ ਲਿਖਦੇ ਆ ਵੀ ਅਸੀਂ ਇਹ ਗੱਲਾਂ ਨੂੰ ਸਮਝ ਨਹੀਂ ਸਕਦੇ, ਵੀ ਇਹ ਚੀਜ਼ ਸੋਚਣੀ ਉਦੋਂ ਦੇ ਲੋਕਾਂ ਦੁਆਰਾ ਵੀ ਕੋਈ ਪਠਾਣਾ ਦੇ ਘਰੇ ਜਾ ਕੇ ਇਸ ਤਰ੍ਹਾਂ ਔਰਤਾਂ ਨੂੰ ਛਡਾ ਲਿਆਵੇਗਾ। ਉਦੋਂ ਇਹ ਅਸੰਭਵ ਕੰਮ ਸੀਗਾ, ਜਿਹਨੂੰ ਗੁਰੂ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੇ ਸੰਭਵ ਕਰ ਦਿਖਾਇਆ। ਗੁਰੂ ਸਾਹਿਬ ਜੀ ਨੂੰ ਸਰਬੰਸਦਾਨੀ ਐਵੇਂ ਨਹੀਂ ਕਹਿੰਦੇ, ਭਾਵੇਂ ਕਿ ਰਾਸ਼ਟਰ ਪਿਤਾ ਕਿਸੇ ਨੂੰ ਹੋਰ ਬਣਾ ਦਿੱਤਾ, ਪਰ ਗੁਰੂ ਸਾਹਿਬ ਜੀ ਨੇ ਨਿਤਾਣੀ ਪਰਜਾ ਰੂ ਫੂਕ ਦੀ ਗੋਵਿੰਦ ਨੇ ਔਲਾਦ ਕਟਾਕਰ, ਕਟਵਾ ਦੀ ਆਸ਼ੀਸ਼ ਸ਼ਾਮ ਨੇ ਗੀਤਾ ਕੋ ਸੁਣਾ ਕਰ, ਰੂ ਫੂਕ ਦੀ ਗੋਵਿੰਦ ਨੇ ਔਲਾਦ ਕਟਾਕਰ। ਤੇ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਉਹ ਜਿਹੜੀ ਇਨਸਾਨ ਚਿੜੀਆਂ ਵਰਗੇ ਜਿਨ੍ਹਾਂ ਦੇ ਦਿਲ ਸੀਗੇ, ਜਿਹੜੇ ਬਿਲਕੁਲ ਜਿੰਦਾ ਲਾਸ਼ ਬਣ ਚੁੱਕੇ ਸੀ, ਅੰਮ੍ਰਿਤ ਛਕਾ ਕੇ ਉਹਨਾਂ 'ਚ ਹੀ ਜਾਨ ਪਾਈ ਸੀ। ਮਹਾਰਾਜ ਨੇ ਲਾਸ਼ਾਂ ਨੂੰ ਜਿਉਂਦੇ ਕੀਤਾ। ਮਹਾਰਾਜ ਨੇ ਕੋਈ ਵੀ ਯੁੱਧ ਜਿਹੜਾ ਕੀਤਾ ਨਾ, ਜਰ ਜੋਰੂ ਜ਼ਮੀਨ ਦੀ ਖਾਤਰ ਨਹੀਂ ਕੀਤਾ। ਇਸ ਚਰਿੱਤਰ ਕੋ ਸੁਣ ਜਗ ਸਾਰਾ, ਸ੍ਰੀ ਸਤਿਗੁਰ ਜਸ ਮਹਿਦ ਉਚਾਰਾ। ਮਹਾਰਾਜ ਦੀ ਕੀਰਤੀ ਘਰ ਘਰ ਵਿੱਚ ਹੋਈ ਆ। ਜਥਾ ਚਾਂਦਨੀ ਨਿਰਮਲ ਹੋਤ, ਮਾਨੋ ਮਾਲਤੀ ਫੂਲਤ ਝੂਲੀ, ਰਾਏ ਵੇਲ ਕੇ ਸੁੰਦਰ ਫੂਲੀ।
एडी एडी महान कृपा हो गई, जय जय कीर्त वर्णन करते, धन धन प्रभ धन उचरनते। महाराज की शोभा ही बड़ी फैल गई। गुरु जी नूं लोक दुष्ट दमन कहंदे हुंदे सी, भी महाराज दुष्टां नूं दमन करन वाले आ। ਉਹ ਲੋਕ ਜਿਨ੍ਹਾਂ ਦੀ ਕੋਈ ਪਛਾਣ ਨਹੀਂ ਸੀ, ਜਿਨ੍ਹਾਂ ਦੀਆਂ ਘਰ ਵਾਲੀਆਂ ਚੁੱਕ ਕੇ ਲੈ ਜਾਂਦੇ ਸੀ, ਇੰਨੀ ਹਿੰਮਤ ਨਹੀਂ ਸੀ ਹੁੰਦੀ ਵੀ ਛਡਾ ਸਕੀਏ। ਮਹਾਰਾਜ ਜੀ ਨੇ ਉਹਨਾਂ ਤੇ ਕਿਰਪਾ ਕੀਤੀ। ਵੇਖੋ, ਉਹਨਾਂ ਨੂੰ ਸਰਦਾਰ ਬਣਾਇਆ, ਉਹਨਾਂ ਦੀ ਰੱਖਿਆ ਕੀਤੀ। ਗੁਰੂ ਸਾਹਿਬ ਜੀ ਦੇ ਜਿੰਨੇ ਯੁੱਧ ਆ, ਮਹਾਰਾਜ ਜੀ ਦਾ ਇੱਕ ਵੀ ਯੁੱਧ ਜ਼ਮੀਨ ਦੀ ਖਾਤਰ ਨਹੀਂ। ਇੱਕ ਵੀ ਯੁੱਧ ਮਹਾਰਾਜ ਜੀ ਦਾ ਦਿਖਾ ਦਿਓ ਜ਼ਮੀਨ ਤੇ ਕਬਜ਼ਾ ਕਰਨ ਲਈ ਮਹਾਰਾਜ ਨੇ ਕੀਤਾ ਹੋਵੇ ਨਾ। ਇੱਕ ਵਾਰ ਮਹਾਰਾਜ ਜੀ ਨੂੰ ਚਮਕੌਰ ਦੀ ਗੜੀ ਦੀ ਗੱਲ ਆ, ਸਿੰਘਾਂ ਨੇ ਕਿਹਾ ਮਹਾਰਾਜ ਦੁਸ਼ਮਣ ਸੁੱਤਾ ਪਿਆ, ਆਪਾਂ ਹਮਲਾ ਕਰ ਦਈਏ। ਗੁਰੂ ਸਾਹਿਬ ਜੀ ਕਹਿੰਦੇ ਨਹੀਂ ਭਾਈ, ਸੁੱਤੇ ਪਏ ਤੇ ਵਾਰ ਕਰਨਾ ਮਰਦਾਂ ਦਾ ਕੰਮ ਨਹੀਂ ਹੁੰਦਾ। ਸੁੱਤੇ ਪਏ ਤੇ ਆਪਾਂ ਵਾਰ ਨਹੀਂ ਕਰਨਾ। ਅਸੂਲ ਸੁਣੋ ਜੰਗ ਦੇ, ਨਿਹੱਥੇ ਤੇ ਵਾਰ ਨਹੀਂ ਕਰਨਾ, ਇਸਤਰੀਆਂ ਤੇ ਵਾਰ ਨਹੀਂ ਕਰਨਾ, ਬੱਚੇ ਤੇ ਵਾਰ ਨਹੀਂ ਕਰਨਾ, ਪਹਿਲਾਂ ਵਾਰ ਨਹੀਂ ਕਰਨਾ। ਮਹਾਰਾਜ ਜੀ ਦੇ ਬਚਨ ਸੀ ਇਹ। फिर उदों सिंघां ने कहा, कहते थे इजाजत ही नहीं है हमें रन की, वरना मिट्टी तक उड़ा सकते हैं दुश्मन के चमन की। असी तां दुश्मन दे चमन दी मिट्टी तक उड़ा देंगे, इन्ना जोश भर दिता। ते कुछ कहंदे कि भाई दया सिंह जी महाराज जी नूं कह रहे आ, जदों गुरु साहिब जी ने एक तीर छड्डिया ना, सारी फौज ठठंबर के खड़ गई सी। भाई दया सिंह जी कहण लगे, महाराज एक तीर होर छड्डो ते सारा मैदान ही खाली हो जाएगा, ਧਰਵਕ ਜਾਵੇਗਾ। ਗੁਰੂ ਜੀ ਨੇ ਉਦੋਂ ਇਹ ਬਚਨ ਕਹੇ ਸੀ, ਆਗਿਆ ਹੀ ਨਹੀਂ ਹੈ ਹਮੇ ਰਨ ਕੀ, ਵਰਨਾ ਮਿੱਟੀ ਤੱਕ ਉਡਾ ਸਕਤੇ ਹੈ ਦੁਸ਼ਮਨ ਕੇ ਚਮਨ ਕੀ। ਇਹਨਾਂ ਦੀਆਂ ਜੜਾਂ ਮਹਾਰਾਜ ਕਹਿੰਦੇ ਪੁੱਟ ਸਕਦੇ ਹਾਂ, ਹਜੇ ਆਗਿਆ ਹੀ ਨਹੀਂ ਸਾਨੂੰ ਪਰਮਾਤਮਾ ਵੱਲੋਂ। ਗੁਰੂ ਚਾਹਵੇ ਜੋ ਮਰਜ਼ੀ ਕਰ ਸਕਦਾ। ਤਾਂ ਇਵੇਂ ਭਾਈ ਗੁਰੂ ਸਾਹਿਬ ਜੀ ਨੇ, ਮਹਾਰਾਜ ਜੀ ਨੇ ਇਹ ਜੋ ਸਾਰਾ ਕਾਰਜ ਸੀਗਾ ਕੀਤਾ ਹੈ। ਅੱਜ ਅਸੀਂ ਉਹਨਾਂ ਨੂੰ ਭੁੱਲਦੇ ਜਾ ਰਹੇ ਹਾਂ। ਸਾਹਿਬਜ਼ਾਦਿਆਂ ਦੇ ਦਿਨ ਚੱਲ ਰਹੇ ਆ। ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, डरता नहीं अकाल किसी शहनशाह की शान से। उपदेश अपना सुन लो यारा दिल के कान से, हम कह रहे हैं तुमको खुदा की जुबान से। ते गुरु प्यारियो, बस एक हिंद में तीर्थ है यात्रा के लिए, कटाए बाप ने यहाँ बच्चे खुदा के लिए। ते साहिबजादियां दे बोल में आप जी नूं जो अल्लाह यार खां जोगी ने लिखे ना, सरवण करवा दियां। बड़े कीमती है जी, गौर ना सुनियो, क्योंकि अपोह दा महीना सारा शहादतां दा ही आ। हम जान दे के औरों की जाने बचा चले। जे गुरु गोबिंद सिंह जी ना हुंदे आज़ादी नहीं सी होनी। असी अपनियां जानां दे के होर जानां बचातियां। साहिबजादे कहंदे, सिंह कह रहे आ, सिक्खी की नीम हम है सरों पे उठा चले। सिक्खी दी जिहड़ी न्यों आ, सिरां ते रखवाई आ, कट्टे होए सिरां ते। गुरियाई का किस्सा यहाँ में बना चले। ये गुरियाई की कहानी प्रसिद्ध कर चले हैं। ਸਿੰਘੋं की सल्तनत का पौधा लगा चले। ਸਿੰਘਾਂ ਦੀ रियासत का बूटा उगा चले हैं। गद्दी ओ तख्त बस अब कौम पाएगी। हुण गुरगद्दी तो जिहड़ी आ अज तो कौम तख्त संभालूगी। दुनिया में जालमों का निशां तक मिटाएगी। दुनिया विच इहो जे जालम जिहड़े बसी पठाणा दे सी, ਇਹ ਜਾਵਰ ਖਾਂ ਵਰਗੇ ਜਿਹੜੇ ਜ਼ਾਲਮ ਆ, ਇਹਨਾਂ ਦਾ ਹੁਣ ਅੰਤ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਆਖਿਆ। ਗੁਰਮੁਖੋ, ਗੁਰੂ ਪਿਆਰੀ ਸਾਧ ਸੰਗਤ ਜੀ, ਏਡੀ ਕਿਰਪਾ ਹੋ ਗਈ, ਏਡੀਆਂ ਬਰਕਤਾਂ ਹੋ ਗਈਆਂ ਗੁਰੂ ਜੀ ਦੀਆਂ। ਆਪਾਂ ਕਿਸ ਤਰ੍ਹਾਂ ਆਖ ਸਕਦੇ ਹਾਂ ਵੀ ਇਹ ਆਜ਼ਾਦੀ ਸਾਡੀ ਆਪਣੀ ਆਜ਼ਾਦੀ ਹੈ। ਇਹ ਆਜ਼ਾਦੀ ਤਾਂ ਗੁਰੂ ਮਹਾਰਾਜ ਨੇ ਸਾਨੂੰ ਦਵਾਈ ਆ, ਉਹਦੇ ਕਰਕੇ ਅਸੀਂ ਆ। ਨਾ ਮੰਦਰਾਂ ਦੇ ਟੱਲ ਖੜਕਣੇ ਸੀ, ਨਾ ਭਾਗਵਤ ਗੀਤਾ ਦਾ ਪਾਠ ਹੋਣਾ ਸੀ, ਕੁਝ ਵੀ ਨਹੀਂ ਸੀ। ਹੁਣ ਅਸੀਂ ਵੀ ਨਹੀਂ ਸੀ ਪਾਠ ਕਰ ਸਕਦੇ। ਔਰੰਗਜ਼ੇਬ ਨੇ ਮਸੀਤਾਂ ਹੀ ਬਣਾਉਣੀਆਂ, ਮਸੀਤਾਂ ਹੀ ਬਣਾਉਣੀਆਂ ਸੀ। ਮਸੀਤ ਕੋਈ ਮਾੜੀ ਨਹੀਂ, ਪਰ ਗੁਰਦੁਆਰਾ ਢਾਹ ਕੇ, ਮੰਦਰ ਢਾਹ ਕੇ ਮਸੀਤ ਬਣੇ, ਉਹ ਇੱਕ ਜ਼ੁਲਮ ਆ। ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਤਾਂ ਇਹ ਗੁਰੂ ਸਾਹਿਬ ਜੀ ਦੇ ਨਿੱਕੇ ਨਿੱਕੇ ਸਾਹਿਬਜ਼ਾਦੇ, ਦੋ ਬੜੀਆਂ ਕੀਮਤੀ ਜਿੰਦਾਂ ਨੀਹਾਂ ਵਿੱਚ ਆਣ ਖਲੋ ਗਈਆਂ। ਤੱਕ ਕੇ ਤਸੀਹਾ ਗਮ ਦਾ ਕੰਧਾਂ ਵੀ ਪਾਗਲ ਹੋ ਗਈਆਂ। ਤਾਂ ਇਹ ਜੋ ਮਹਾਰਾਜ ਜੀ ਦਾ ਆਪਾਂ ਵੇਖ ਰਹੇ ਹਾਂ, ਆਹ ਦਿਨ ਜਿਹੜੇ ਚੱਲਦੇ ਆ ਭਾਈ, ਇਹਨਾਂ ਦਿਨਾਂ ਵਿੱਚ ਵੱਧ ਤੋਂ ਵੱਧ ਬਾਣੀ ਪੜ੍ਹੋ। ਬਾਣੀ ਤਾਂ
ਸਾਰਾ ਦਿਨ ਹੀ ਆਪਾਂ ਪੜ੍ਹਨੀ ਚਾਹੀਦੀ, ਆਪਾਂ ਨੂੰ ਭੁਲਾਉਣਾ ਹੀ ਨਹੀਂ ਚਾਹੀਦਾ ਰੱਬ ਨੂੰ, ਕਿਉਂਕਿ ਗੱਲ ਉਦੋਂ ਨਹੀਂ ਬਣਦੀ ਜਦੋਂ ਰੱਬ ਨੂੰ ਯਾਦ ਕਰਨਾ ਪਵੇ। ਗੱਲ ਤਾਂ ਉਦੋਂ ਬਣਦੀ ਆ ਜਦੋਂ ਉਹ ਭੁੱਲੇ ਹੀ ਨਾ। ਇੰਨੀਆਂ ਕੁ ਬੇਨਤੀਆਂ ਨੂੰ ਆਪ ਜੀ ਨੇ ਪ੍ਰਵਾਨ ਕਰਨਾ। ਸਾਹਿਬਜ਼ਾਦਾ ਅਜੀਤ ਸਿੰਘ ਦੀ ਸ਼ਾਨ ਬੜੀ ਉੱਚੀ ਸੁੱਚੀ ਹੈ। ਬੋਲਦਿਆਂ ਇੱਕ ਨਹੀਂ ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ। ਬੜੀ ਸੁਣੀ ਬਾਣੀ ਹਿਰਦਿਆਂ 'ਚ ਬਸੇ। ਕਰਤਾਰ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਵਿੰਦ ਕੀ ਤਾਰੀਫ ਬੋ ਕਮ ਹੈ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।